ਗਦਰ ਲਹਿਰ ਨੂੰ ਜਿਹੜਾ ਇਤਿਹਾਸ ਵਿੱਚ ਮਾਣ ਮਿਲਣਾ ਚਾਹੀਦਾ ਸੀ ਉਹ ਮਿਲਿਆ ਨਹੀਂ। ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ? ਗਦਰੀ ਬਾਬਿਆਂ ਨੂੰ ਇਤਿਹਾਸ ਦੇ ਸੁਨਹਿਰੇ ਪੰਨਿਆਂ ਤੋਂ ਵਾਂਝੇ ਕਿਉਂ ਰੱਖਿਆ ਗਿਆ? ਕਿਤੇ ਸਿੱਖਾਂ ਨੂੰ ਹਥਿਆਰ ਵਜੋਂ ਤਾਂ ਨਹੀਂ ਵਰਤਿਆ ਗਿਆ? ਕੀ ਗਦਰ ਲਹਿਰ ਕੱਲੇ ਸਿੱਖਾਂ ਦੀ ਲਹਿਰ ਸੀ? ਕਿਉਂ ਗਦਰੀ ਬਾਬਿਆਂ ਖਿਲਾਫ ਹੁਕਮਨਾਮਾ ਜਾਰੀ ਹੋਇਆ ਸੀ ਸ਼੍ਰੀ ਹਰਿਮੰਦਰ ਸਾਹਿਬ ਤੋਂ? ਕਿੰਨੀ ਸਚਾਈ ਸੀ ਇਸ ਹੁਕਮਨਾਮੇ ਵਿੱਚ? ਕਿੰਨਾ ਯੋਗਦਾਨ ਪਾਇਆ ਹੈ ਇਹਨਾਂ ਸਾਰੇ ਗਦਰੀ ਬਾਬਿਆਂ ਨੇ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਵਿੱਚ? ਇਹ ਸਾਰੇ ਸਵਾਲਾਂ ਤੇ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਅਤੇ ਸਹੀ ਤਰੀਕੇ ਦੇ ਨਾਲ ਇੱਕ ਅਲੱਗ ਦ੍ਰਿਸ਼ਟੀਕੋਣ ਤੋਂ ਇਸ ਵੀਡੀਓ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਇਤਿਹਾਸ ਦੇ ਕੁਝ ਪੰਨੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਦੁਬਾਰਾ ਇੱਕ ਸਹੀ ਨਜ਼ਰੀਏ ਨਾਲ ਫਰੋਲਣਾ ਬਹੁਤ ਜ਼ਰੂਰੀ ਹੈ। ਜਦੋਂ 20ਵੀਂ ਸਦੀ ਦੀ ਸ਼ੁਰੂਆਤ ਸੀ ਉਸ ਟਾਈਮ ਦੇ ਉੱਤੇ ਭਾਰਤ ਦੀ ਆਰਥਿਕ ਸਥਿਤੀ ਬਹੁਤ ਕਮਜ਼ੋਰ ਸੀ। ਇੱਕ ਤਾਂ ਅੰਗਰੇਜ਼ਾਂ ਨੇ ਲੋਕਾਂ ਦਾ ਜੀਣਾ ਹਰਾਮ ਕੀਤਾ ਸੀ ਤੇ ਉੱਪਰੋਂ ਮਾਨਸਿਕ ਤੌਰ ਦੇ ਉੱਤੇ ਲੋਕ ਬਹੁਤ ਕਮਜ਼ੋਰ ਹੋ ਗਏ ਸੀ। ਉਸ ਟਾਈਮ ਦੇ ਉੱਤੇ ਪੰਜਾਬੀਆਂ ਨੇ ਇੱਕ ਨਵਾਂ ਉਪਰਾਲਾ ਕੀਤਾ। ਉਹਨਾਂ ਨੇ ਹਿੰਦੁਸਤਾਨ ਨੂੰ ਛੱਡ ਕੇ ਕੈਨੇਡਾ ਅਤੇ ਅਮਰੀਕਾ ਦੀ ਧਰਤੀ ਤੇ ਜਾ ਵਸਣ ਦਾ ਫੈਸਲਾ ਲਿਆ। ਇਸ ਟਾਈਮ ਪੰਜਾਬ ਦੇ ਕਿਸਾਨਾਂ ਵਾਸਤੇ ਇਹ ਫੈਸਲਾ ਆਪਣੇ ਘਰ-ਬਾਰ ਛੱਡ ਕੇ ਤੇ ਜ਼ਮੀਨਾਂ ਵੇਚ ਵੱਟ ਕੇ ਆਪਣੀ ਜੀਵਨ ਦੀ ਅਤੇ ਆਪਣੇ ਪਰਿਵਾਰ ਦੀ ਖੁਸ਼ਹਾਲੀ ਵਾਸਤੇ ਲਿਆ ਗਿਆ ਸੀ। ਪਰ ਉਹਨਾਂ ਨੂੰ ਕੀ ਪਤਾ ਸੀ ਵੀ ਜਿਹੜੀ ਧਰਤੀ ਉੱਤੇ ਉਹ ਜਾ ਰਹੇ ਨੇ ਉਹੀ ਚੀਜ਼ਾਂ ਦੇ ਵਿੱਚੋਂ ਦੀ ਨਿਕਲਣਾ ਪਏਗਾ ਜਿਹੜੀਆਂ ਉਹ ਪਿੱਛੇ ਛੱਡ ਕੇ ਗਏ ਨੇ। ਬੇਸ਼ੱਕ ਆਰਥਿਕ ਸਥਿਤੀ ਉਹਨਾਂ ਦੇਸ਼ਾਂ ਦੀ ਉਸ ਟਾਈਮ ਤੇ ਬਹੁਤ ਵਧੀਆ ਸੀ ਹਿੰਦੁਸਤਾਨ ਨਾਲੋਂ। ਹੁਣ ਇਹ ਪੰਜਾਬੀ ਅਮਰੀਕਾ ਕੈਨੇਡਾ ਦੀ ਧਰਤੀ ਤੇ ਜਾ ਕੇ ਵਾਸਤਾ ਗਏ, ਉੱਥੇ ਜਾ ਕੇ ਇਹਨਾਂ ਨੂੰ ਚੰਗੇ ਕੰਮਕਾਰ ਵੀ ਮਿਲ ਗਏ, ਪਰ ਜਿਹੜੀ ਸਮਾਜਿਕ ਇੱਜ਼ਤ ਹੁੰਦੀ ਆ ਉਹ ਇਹਨਾਂ ਨੂੰ ਨਸੀਬ ਨਹੀਂ ਹੋਈ। ਸਮਾਜਿਕ ਗੁਲਾਮੀ ਨੇ ਇਹਨਾਂ ਦਾ ਪਿੱਛਾ ਨਹੀਂ ਛੱਡਿਆ। ਮਾਨਸਿਕ ਤੌਰ ਦੇ ਉੱਤੇ ਖੁਸ਼ੀਆਂ ਫੇਰ ਵੀ ਨਹੀਂ ਸੀ ਮਿਲ ਰਹੀਆਂ। ਹਰ ਰੋਜ਼ ਇਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਸੀ ਗੋਰਿਆਂ ਵੱਲੋਂ। ਉਹੀ ਆਜ਼ਾਦੀ ਜਿਹੜੀ ਇਹਨਾਂ ਨੂੰ ਇੱਥੇ ਚਾਹੀਦੀ ਸੀ ਹੁਣ ਉਧਰ ਵੀ ਇਹਨਾਂ ਦੀ ਇੱਕ ਜੰਗ ਦਾ ਹਿੱਸਾ ਬਣ ਗਈ। ਇਹ ਕੋਈ ਬਹੁਤੇ ਪੜ੍ਹੇ ਲਿਖੇ ਤੇ ਬੁੱਧੀਜੀਵੀ ਲੋਕ ਨਹੀਂ ਸੀ ਹੈਗੇ ਤੇ ਨਾ ਹੀ ਇਹ ਕੋਈ ਗਦਰ ਲਹਿਰ ਪਹਿਲਾਂ ਤੋਂ ਮਿੱਥੀ ਹੋਈ ਲਹਿਰ ਸੀ। ਇਹ ਤਾਂ ਆਪ ਮੁਹਾਰੇ ਉੱਠੀ ਆਮ ਜਿਹੇ ਲੋਕਾਂ ਵੱਲੋਂ ਨਕਸਲ ਕੁਸ਼ੀ ਦੇ ਖਿਲਾਫ ਉੱਠੀ ਹੋਈ ਲਹਿਰ ਸੀ। ਹਰ ਰੋਜ਼ ਗੋਰਿਆਂ ਵੱਲੋਂ ਕੀਤੀ ਜਾਂਦੀ ਬੇਇੱਜ਼ਤੀ, ਗੁਲਾਮ ਕਹਿ ਕੇ ਬੁਲਾਉਣਾ, ਕਮਜ਼ੋਰ ਕਹਿ ਕੇ ਬੁਲਾਉਣਾ ਅਤੇ ਉਹਨਾਂ ਦੀ ਤੁਲਨਾ ਕੁੱਤਿਆਂ ਦੇ ਨਾਲ ਕਰਨੀ ਹੁਣ ਇਹਨਾਂ ਦੀ ਬਰਦਾਸ਼ਤ ਤੋਂ ਬਾਹਰ ਹੋ ਗਈ ਸੀ। ਉਸ ਟਾਈਮ ਦੇ ਉੱਤੇ ਕਰਤਾਰ ਸਿੰਘ ਸਰਾਭਾ, ਬਾਬਾ ਸੋਹਣ ਸਿੰਘ ਭਕਨਾ, ਸਰਦਾਰ ਵਿਸਾਖਾ ਸਿੰਘ, ਸਰਦਾਰ ਨਿਧਾਨ ਸਿੰਘ ਹੁਰੀ ਵੀ ਅਲੱਗ-ਅਲੱਗ ਕਾਰਖਾਨਿਆਂ ਵਿੱਚ ਕੰਮ ਕਰਦੇ ਸੀ। ਕੈਲੀਫੋਰਨੀਆ ਦੇ ਵਿੱਚ ਇੱਕ ਜਲਸਾ ਕੱਢਿਆ ਗਿਆ। 1913 ਦੇ ਵਿੱਚ ਕਰੀਬ 6000 ਹਿੰਦੁਸਤਾਨੀ ਵਸਦੇ ਸੀ, ਜਿਨ੍ਹਾਂ ਵਿੱਚੋਂ 5000 ਨੇ ਇਸ ਜਲਸੇ ਵਿੱਚ ਆ ਕੇ ਸ਼ਾਮਲ ਹੋਣ ਦੀ ਹਿੰਮਤ ਕੀਤੀ। ਲੋਕਾਂ ਨੇ ਬੜੀ ਹੁਮ-ਹੁਮਾ ਕੇ ਇਸ ਚੀਜ਼ ਦਾ ਸਾਥ ਦਿੱਤਾ। ਇੱਥੋਂ ਹੀ ਸ਼ੁਰੂ ਹੋਈ ਗਦਰ ਲਹਿਰ, ਇੱਥੋਂ ਹੀ ਇਸ ਦਾ ਮੁੱਢ ਬੰਨਿਆ ਗਿਆ ਸੀ। ਭਾਵੇਂ ਕਿ ਇਹਨਾਂ ਨੇ ਲੱਖਾਂ ਰੁਪਏ ਕਮਾ ਲਏ ਸੀ ਉਸ ਬੇਗਾਨੀ ਧਰਤੀ ਤੇ, ਪਰ ਮਾਨਸਿਕ ਸ਼ਾਂਤੀ ਨਾ ਹੋਣ ਕਰਕੇ, ਗੁਲਾਮੀ ਦਾ ਅਹਿਸਾਸ ਹੋਣ ਕਰਕੇ ਇਹਨਾਂ ਸਾਰਿਆਂ ਨੇ ਵਾਪਸ ਹਿੰਦੁਸਤਾਨ ਆਉਣ ਦਾ ਫੈਸਲਾ ਕਰ ਲਿਆ। ਇਹਨਾਂ ਨੂੰ ਅਸਲ ਦੇ ਵਿੱਚ ਸ਼ੁਰੂ ਤੋਂ ਪਤਾ ਸੀ ਕਿ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਣ ਵਾਲਾ ਹੈ ਜੋ ਕਿ ਬ੍ਰਿਟਿਸ਼ਰਸ ਤੇ ਜਰਮਨੀ ਦੇ ਵਿੱਚ ਹੋਣਾ। ਇਹਨਾਂ ਨੇ ਕੀ ਕੀਤਾ ਕਿ ਲੋਕਾਂ ਨੂੰ ਪਹਿਲਾਂ ਹੀ ਇਸ ਚੀਜ਼ ਦੇ ਲਈ ਅਲਰਟ ਕਰਤਾ ਕਿ ਤੁਸੀਂ ਧਿਆਨ ਰੱਖਣਾ ਤੇ ਜਦੋਂ ਹੀ ਇਹ ਜੰਗ ਸ਼ੁਰੂ ਹੋਈ ਤਾਂ ਆਪਾਂ ਹਿੰਦੁਸਤਾਨ ਵੱਲ ਵਾਪਸੀ ਕਰਨੀ ਹੈ। ਉਦੋਂ ਤੱਕ ਉਹਨਾਂ ਨੇ ਆਪਣੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਸੀ ਹਿੰਦੁਸਤਾਨ ਵਾਪਸ ਜਾਣ ਦੀਆਂ। ਇਹਦਾ ਮੁੱਖ ਕਾਰਨ ਇਹ ਸੀ ਕਿ ਇਹ ਜਾਣਦੇ ਸੀ ਕਿ ਜਦੋਂ ਹੀ ਜੰਗ ਸ਼ੁਰੂ ਹੋਊਗੀ ਤਾਂ ਗੋਰਿਆਂ ਦਾ ਧਿਆਨ ਜੰਗ ਵੱਲ ਹੋ ਜਾਊਗਾ ਤੇ ਹਿੰਦੁਸਤਾਨੀਆਂ ਵੱਲ ਉਹਨਾਂ ਦਾ ਜ਼ਿਆਦਾ ਧਿਆਨ ਨਹੀਂ ਜਾਣਾ। ਤੇ ਇਹ ਸਭ ਤੋਂ ਸੁਨਹਿਰਾ ਮੌਕਾ ਸੀ ਗਦਰ ਪਾਰਟੀ ਵਾਲੇ ਬਾਬਿਆਂ ਵਾਸਤੇ ਕਿ ਉਹ ਹਿੰਦੁਸਤਾਨ ਵਾਪਸ ਆ ਕੇ ਆਪਣੀ ਗਦਰ ਲਹਿਰ ਨੂੰ ਚੰਗੀ ਤਰ੍ਹਾਂ ਸਿਖਰਾਂ ਤੇ ਚੜਾ ਸਕਦੇ ਸੀ ਤੇ ਪਿੰਡੋ ਪਿੰਡੀ ਜਾ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਸਕਦੇ ਸੀ ਤੇ ਉਹਨਾਂ ਨੂੰ ਆਜ਼ਾਦੀ ਵਾਸਤੇ ਪ੍ਰੇਰਿਤ ਕਰ ਸਕਦੇ ਸੀ। ਇਹਨਾਂ ਨੇ ਇਹ ਸੁਨਹਿਰੀ ਮੌਕਾ ਆਪਣੇ ਹੱਥੋਂ ਨਹੀਂ ਜਾਣ ਦਿੱਤਾ। ਹੁਣ ਉਹੀ ਸਮਾਂ ਆ ਗਿਆ। 28 ਜੁਲਾਈ 1914 ਨੂੰ ਪਹਿਲੀ ਵਿਸ਼ਵ ਜੰਗ ਸ਼ੁਰੂ ਹੋ ਗਈ ਤੇ ਬ੍ਰਿਟਿਸ਼ਰਸ ਦਾ ਧਿਆਨ ਉਸੇ ਤਰ੍ਹਾਂ ਹੀ ਹਿੰਦੁਸਤਾਨੀਆਂ ਵੱਲੋਂ ਹਟ ਕੇ ਜੰਗ ਵੱਲ ਲੱਗ ਗਿਆ ਸੀ। ਜਦੋਂ ਹੀ ਵਿਸ਼ਵ ਜੰਗ ਸ਼ੁਰੂ ਹੋਣ ਦੀ ਖਬਰ ਮਿਲੀ ਤਾਂ ਸਭ ਤੋਂ ਪਹਿਲਾਂ ਪੰਜਾਬ ਪਹੁੰਚਣ ਵਾਲਾ ਸੀ ਸਰਦਾਰ ਕਰਤਾਰ ਸਿੰਘ ਸਰਾਭਾ। ਹੁਣ ਜਿੰਨੇ ਵੀ ਹਿੰਦੁਸਤਾਨੀ ਭਾਰਤ ਵੱਲ ਨੂੰ ਵਾਪਸ ਆ ਰਹੇ ਸੀ ਉਹਨਾਂ ਨੇ ਆਪਣਾ ਵਿਦੇਸ਼ੀ ਧਰਤੀ ਦੇ ਉੱਤੇ ਚੱਲਦਾ ਸਾਲਾਂ ਦੀ ਮਿਹਨਤ ਦਾ ਕੰਮ ਉੱਥੇ ਹੀ ਠੱਪ ਕਰਕੇ ਵੇਚ ਵੱਟ ਕੇ ਦੁਬਾਰਾ ਵਾਪਸੀ ਕੀਤੀ ਆਪਣੇ ਮੁਲਕ ਵੱਲ ਨੂੰ। ਕਈਆਂ ਨੇ ਹਥਿਆਰ ਖਰੀਦ ਲਏ ਤੇ ਕਈਆਂ ਨੇ ਆਪਣਾ ਪੈਸਾ ਜੁਗਾਂਤਰ ਆਫਿਸ ਦੇ ਵਿੱਚ ਦਾਨ ਵਜੋਂ ਦੇਤਾ ਸੀ ਤਾਂ ਕਿ ਇਸ ਨੂੰ ਆਪਾਂ ਗਦਰ ਪਾਰਟੀ ਵਾਸਤੇ, ਗਦਰ ਲਹਿਰ ਵਾਸਤੇ ਯੂਜ਼ ਕਰ ਸਕੀਏ, ਵਰਤ ਸਕੀਏ। ਵਾਪਸ ਮੁੜਨ ਵਾਲਿਆਂ ਦੀ ਕੁੱਲ ਸੰਖਿਆ 6000 ਦੇ ਕਰੀਬ ਸੀ। ਪਿੰਡਾਂ ਵਿੱਚ ਆ ਕੇ ਉਹਨਾਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ। ਅਲੱਗ-ਅਲੱਗ ਥਾਵਾਂ ਦੇ ਉੱਤੇ ਗਦਰ ਕੀਤੇ ਗਏ, ਮੀਟਿੰਗਾਂ ਬੁਲਾਈਆਂ
ਗਈਆਂ ਤੇ ਇਸ ਟਾਈਮ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਪੂਰੇ ਭਾਰਤ ਦੇ ਵਿੱਚ ਲੋਕ ਫੈਲੇ ਅਤੇ ਉਹਨਾਂ ਨੇ ਆਪਣੇ ਆਪਣੇ ਏਰੀਏ ਦੇ ਵਿੱਚ ਗਦਰ ਕਰਨਾ ਸ਼ੁਰੂ ਕੀਤਾ। ਤਾਂ ਸੋਚੋ ਉਹ ਲਹਿਰ ਕਿੱਡੀ ਵੱਡੀ ਹੋਏਗੀ ਕਿ ਇੱਥੇ ਹਰ ਜਗ੍ਹਾ ਦੇ ਉੱਤੇ ਗਦਰ ਕੀਤਾ ਜਾ ਰਿਹਾ ਸੀ। ਕਈ ਲੋਕ ਕਹਿੰਦੇ ਨੇ ਕਿ ਗਦਰੀ ਬਾਬੇ ਕਮਿਊਨਿਸਟ ਸੀ, ਉਹਨਾਂ ਦਾ ਸਿੱਖੀ ਵੱਲ ਕੋਈ ਜ਼ਿਆਦਾ ਰੁਝਾਨ ਨਹੀਂ ਸੀ, ਜੋ ਕਿ ਬਹੁਤ ਗਲਤ ਦਿਖਾਇਆ ਹੈ ਇਤਿਹਾਸ ਦੇ ਵਿੱਚ। ਗਦਰੀ ਬਾਬੇ ਸਾਰੇ ਹੀ ਸਿੱਖ ਸੀ ਤੇ ਸਿੱਖੀ ਦਾ ਜਜ਼ਬਾ ਇਹਨਾਂ ਦੇ ਵਿੱਚ ਠਾਠਾ ਮਾਰਦਾ ਸੀ ਤੇ ਸਿੱਖੀ ਦੇ ਸਿਧਾਂਤਾਂ ਦੇ ਉੱਤੇ ਚੱਲਣ ਵਾਲੇ ਬੰਦੇ ਸੀ। ਹਰ ਜਗ੍ਹਾ ਜਦੋਂ ਕਿਤੇ ਜਾਣਾ ਤਾਂ ਹੁਕਮਨਾਮਾ ਲੈ ਕੇ ਜਾਣਾ ਇਹਨਾਂ ਦੀ ਆਮ ਰਿਵਾਇਤ ਸੀ। ਇਸੇ ਕਰਕੇ ਜਦੋਂ ਗਦਰ ਲਹਿਰ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਜੋ ਮੀਟਿੰਗਾਂ ਰੱਖੀਆਂ ਜਾਂਦੀਆਂ ਉਹ ਗੁਰਦੁਆਰਿਆਂ ਤੋਂ ਹੀ ਸ਼ੁਰੂ ਹੋਈਆਂ ਸੀ। ਗੁਰਦੁਆਰਿਆਂ ਦੇ ਗ੍ਰੰਥੀ ਮੁੱਖ ਸਹਿਬਾਨਾਂ ਨੇ ਇਹਨਾਂ ਦਾ ਪੂਰਾ ਸਾਥ ਦਿੱਤਾ ਸੀ। ਅਸਲ ਦੇ ਵਿੱਚ ਗਦਰੀ ਬਾਬਿਆਂ ਦਾ ਸਿੱਖੀ ਨਾਲ ਪਿਆਰ ਤਾਂ ਇਸੇ ਘਟਨਾ ਤੋਂ ਪਤਾ ਲੱਗਦਾ ਹੈ ਕਿ ਜਦੋਂ ਬਰਮਾ ਦੇ ਵਿੱਚ ਇੱਕ ਵਾਰੀ ਇਹਨਾਂ ਨੇ ਗਦਰ ਕਰਨਾ ਸੀ ਤਾਂ ਉਸ ਟਾਈਮ ਗੁਰਦੁਆਰੇ ਦੇ ਵਿੱਚ ਪਾਬੰਦੀ ਲੱਗੀ ਹੋਈ ਸੀ। ਪੁਲਿਸ ਨੇ ਘੇਰਾ ਪਾਇਆ ਹੋਇਆ ਸੀ ਕਿ ਹੁਣ ਗੁਰਦੁਆਰੇ ਦੇ ਵਿੱਚ ਕੋਈ ਵੀ ਕਾਰਜ ਨਹੀਂ ਹੋ ਸਕਦਾ। ਗੁਰਦੁਆਰੇ ਨੂੰ ਬੰਦ ਕੀਤਾ ਗਿਆ ਸੀ। ਤਾਂ ਇਹਨਾਂ ਨੇ ਕੀ ਕੀਤਾ ਕਿ ਜੰਗਲ ਦੇ ਵਿੱਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਉੱਥੇ ਅਖੰਡ ਪਾਠ ਰੱਖਿਆ ਗਿਆ, ਭੋਗ ਪਾਇਆ ਗਿਆ, ਅਰਦਾਸ ਕੀਤੀ ਤੇ ਅਰਦਾਸ ਤੋਂ ਬਾਅਦ ਹੁਕਮਨਾਮਾ ਲੈ ਕੇ ਉਥੋਂ ਇਹਨਾਂ ਨੇ ਗਦਰ ਸ਼ੁਰੂ ਕੀਤਾ। ਮਤਲਬ ਸਿੱਖੀ ਵਾਸਤੇ ਪਿਆਰ, ਇਸ ਤੋਂ ਵੱਡੀ ਐਗਜ਼ਾਮਪਲ ਕੋਈ ਹੋ ਹੀ ਨਹੀਂ ਸਕਦੀ। ਉਸ ਟਾਈਮ ਇਹਨਾਂ ਦੀ ਜੋ ਕਮਾਂਡ ਸੀ ਉਹ ਸੋਹਣ ਲਾਲ ਪਾਠਕ ਦੇ ਹੱਥ ਸੀ, ਜੋ ਕਿ ਇੱਕ ਹਿੰਦੂ ਸੀ। ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ 95% ਸਿੱਖ ਹੋਣ ਕਰਕੇ ਜੋ 5% ਹਿੰਦੂ ਅਤੇ ਮੁਸਲਮਾਨ ਭਰਾ ਨਾਲ ਸਨ, ਉਹ ਵੀ ਸਿੱਖ ਰਵਾਇਤਾਂ ਦੇ ਹਿਸਾਬ ਨਾਲ ਹੁਕਮਨਾਮੇ ਲੈ ਕੇ ਚੱਲਦੇ ਸੀ ਜਦੋਂ ਵੀ ਗਦਰ ਕਰਨਾ ਹੁੰਦਾ। ਇੱਕ ਗੱਲ ਇੱਥੇ ਹੋਰ ਦੱਸਣੀ ਬਣਦੀ ਹੈ ਕਿ ਇੱਕ ਇਨਕਲਾਬੀ ਸੀ ਬੰਗਾਲ ਦਾ ਬਹੁਤ ਵੱਡਾ, ਜਿਨ੍ਹਾਂ ਦਾ ਨਾਮ ਹੈ ਸ਼ਚਿੰਦਰਨਾਥ ਸਾਨਿਆਲ। ਇਹਨਾਂ ਨੇ ਇੱਕ ਆਪਣੀ ਕਿਤਾਬ ਲਿਖੀ ਹੈ ਜਿਸ ਟਾਈਮ ਇਹ ਜੇਲ੍ਹ ਵਿੱਚ ਸੀ, ਬੰਦੀ ਜੀਵਨ। ਇਸ ਵਿੱਚ ਇਹਨਾਂ ਨੇ ਚੰਗੀ ਤਰ੍ਹਾਂ ਦਿਖਾਇਆ ਹੈ ਕਿ ਗਦਰੀ ਬਾਬਿਆਂ ਦਾ ਸਿੱਖੀ ਪ੍ਰਤੀ ਪਿਆਰ ਅਤੇ ਉਹਨਾਂ ਦਾ ਆਜ਼ਾਦੀ ਦੇ ਲਈ ਜਜ਼ਬਾ ਕਿੱਡਾ ਵੱਡਾ ਸੀ। ਸਾਨਿਆਲ ਲਿਖਦਾ ਹੈ ਕਿ ਜਦੋਂ ਗਦਰ ਕਰਨਾ ਸੀ ਭਾਰਤ ਵਿੱਚ ਤਾਂ ਝੰਡਾ ਬਣਾਉਣ ਦੀ ਗੱਲ ਆਈ ਤੇ ਉਸ ਲਈ ਇਹਨਾਂ ਨੇ ਇੱਕ ਲਾਹੌਰ ਵਿੱਚ ਮੀਟਿੰਗ ਬੁਲਾਈ ਸੀ, ਜਿਹਦੇ ਵਿੱਚ ਸਾਰੇ ਮੁੱਖ ਬੰਦੇ ਸ਼ਾਮਿਲ ਹੋਏ ਸੀ। ਰਾਸ ਬਿਹਾਰੀ ਬੋਸ, ਬਾਬਾ ਸੋਹਣ ਸਿੰਘ ਭਕਨਾ, ਸਰਦਾਰ ਕਰਤਾਰ ਸਿੰਘ ਸਰਾਭਾ ਵਰਗੇ। ਤੇ ਉਸ ਟਾਈਮ ਸਿੱਖ ਬਹੁਤ ਅੜੇ ਕਿ ਸਾਨੂੰ ਆਪਣਾ ਕੇਸਰੀ ਰੰਗ ਇਸ ਝੰਡੇ ਵਿੱਚ ਚਾਹੀਦਾ ਹੈ। ਇਸ ਦਾ ਮਤਲਬ ਇਹ ਸੀ ਕਿ ਸਿੱਖਾਂ ਨੂੰ ਉਸ ਸਮੇਂ ਵੀ ਆਪਣੀ ਪਹਿਚਾਣ ਦੀ ਪੂਰੀ ਜਾਣਕਾਰੀ ਸੀ ਤੇ ਉਹਨਾਂ ਨੂੰ ਪਤਾ ਸੀ ਕਿਤੇ ਨਾ ਕਿਤੇ ਉਹਨਾਂ ਦੇ ਦਿਲ ਵਿੱਚ ਇਹ ਡਰ ਸੀ, ਫਿਕਰ ਸੀ ਕਿ ਜਦੋਂ ਹਿੰਦੁਸਤਾਨ ਆਜ਼ਾਦ ਹੋਏਗਾ ਤਾਂ ਸਿੱਖਾਂ ਦੀ ਸਥਿਤੀ ਉਸ ਟਾਈਮ ਕੀ ਹੋਊਗੀ। ਉਹ ਇਸ ਚੀਜ਼ ਤੋਂ ਜਾਣੂ ਸੀ ਪਹਿਲਾਂ ਤੋਂ ਹੀ ਤੇ ਫਿਕਰਮੰਦ ਵੀ ਸੀ। ਸਾਨਿਆਲ ਅੱਗੇ ਇਹ ਵੀ ਲਿਖਦਾ ਹੈ ਕਿ ਕਈਆਂ ਨੇ ਤਾਂ ਉਸ ਟਾਈਮ ਖਾਲਸਾ ਰਾਜ ਨੂੰ ਦੁਬਾਰਾ ਸਥਾਪਿਤ ਕਰਨ ਦੀ ਗੱਲ ਵੀ ਕੀਤੀ ਸੀ। ਉਹਨਾਂ ਦੇ ਅੰਦਰ ਸਿੱਖੀ ਦਾ ਜਜ਼ਬਾ ਇੰਨਾ ਠਾਠਾ ਮਾਰਦਾ ਸੀ ਕਿ ਆਪਾਂ ਹਿੰਦੁਸਤਾਨ ਦੀ ਆਜ਼ਾਦੀ ਦੇ ਲਈ ਤਾਂ ਲੜ ਰਹੇ ਹਾਂ, ਸਰਬੱਤ ਦੇ ਭਲੇ ਦੀ ਗੱਲ ਤਾਂ ਜ਼ਰੂਰ ਕਰ ਰਹੇ ਹਾਂ, ਪਰ ਆਪਾਂ ਨੂੰ ਆਪਣਾ ਖਾਲਸਾ ਰਾਜ ਵੀ ਦੁਬਾਰਾ ਸਥਾਪਿਤ ਕਰਨ ਦੀ ਜ਼ਰੂਰਤ ਹੈ। ਤਾਂ ਫਿਰ ਇਤਿਹਾਸਕਾਰਾਂ ਨੇ ਇਹ ਗੱਲ ਕਿਵੇਂ ਲਿਖਤੀ ਕਿ ਕੋਈ ਵੀ ਗਦਰੀ ਬਾਬਾ ਸਿੱਖੀ ਦੇ ਨਾਲ ਪੂਰੀ ਤਰ੍ਹਾਂ ਨਹੀਂ ਸੀ ਜੁੜਿਆ ਹੋਇਆ। ਹੁਣ ਕਈ ਬੰਦੇ ਇੱਕ ਹੋਰ ਸਵਾਲ ਕਰਦੇ ਨੇ ਕਿ ਜੇ ਉਹ ਸਿੱਖ ਸੀ ਤਾਂ ਫਿਰ ਸ੍ਰੀ ਹਰਮੰਦਰ ਸਾਹਿਬ ਤੋਂ ਹੁਕਮਨਾਮਾ ਕਿਉਂ ਜਾਰੀ ਹੋਇਆ ਉਹਨਾਂ ਦੇ ਖਿਲਾਫ। ਅੱਜ ਅਸੀਂ ਇਸ ਗੱਲ ਦੇ ਉੱਤੇ ਵੀ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦੇ ਹਾਂ ਕਿ ਉਹ ਹੁਕਮਨਾਮਾ ਸਰਕਾਰੀ ਬੰਦਿਆਂ ਨੇ ਜਾਰੀ ਕੀਤਾ ਸੀ ਤੇ ਉਹਨੂੰ ਹੁਕਮਨਾਮਾ ਕਹਿਣਾ ਹੀ ਗਲਤ ਹੈ। ਉਹ ਇੱਕ ਫਤਵਾ ਸੀ ਇਹਨਾਂ ਦੇ ਖਿਲਾਫ, ਜੋ ਸਰਕਾਰੀ ਨੁਮਾਇੰਦਿਆਂ ਨੇ, ਤਨਖਾਹੀਆਂ ਨੇ ਇਹਨਾਂ ਦੇ ਖਿਲਾਫ ਜਾਰੀ ਕੀਤਾ ਸੀ। ਉਹ ਕੋਈ ਹੁਕਮਨਾਮਾ ਨਹੀਂ ਸੀ, ਕਿਉਂਕਿ ਹੁਕਮਨਾਮੇ ਵਾਸਤੇ ਖਾਲਸਾ ਪੰਥ ਦੇ ਵਿੱਚ ਇੱਕ ਅਲੱਗ ਰਵਾਇਤ ਹੈ, ਇੱਕ ਅਲੱਗ ਤਰੀਕਾ ਹੈ ਜਿਹਦੇ ਨਾਲ ਉਹ ਜਾਰੀ ਕੀਤਾ ਜਾਂਦਾ ਹੈ। ਤੇ ਇਸ ਟਾਈਮ ਇਹ ਫਤਵਾ ਜਾਰੀ ਕਰਦਿਆਂ ਉਹ ਸਾਰੀਆਂ ਰਿਵਾਇਤਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਹੋਇਆ ਕੀ ਸੀ ਕਿ ਉਸ ਵੇਲੇ ਅਰੂੜ ਸਿੰਘ ਦਰਬਾਰ ਸਾਹਿਬ ਦਾ ਸਰਕਾਰ ਵੱਲੋਂ ਥਾਪਿਆ ਮੈਨੇਜਰ ਸੀ। 6 ਅਕਤੂਬਰ ਨੂੰ ਕੁਝ ਪੰਜਾਬੀ ਅਖਬਾਰਾਂ ਵਿੱਚ ਅਰੂੜ ਸਿੰਘ ਵੱਲੋਂ ਅਕਾਲ ਬੁੰਗੇ ਦੇ ਸਾਹਮਣੇ ਗਿਆਨੀ ਗੁਰਬਖਸ਼ ਸਿੰਘ ਦੀ ਸਕੱਤਰੀ ਹੇਠ ਇੱਕ ਜਲਸਾ ਕੀਤੇ ਜਾਣ ਦੀ ਖਬਰ ਛਪੀ ਸੀ, ਜਿਸ ਵਿੱਚ ਇਹ ਕਿਹਾ ਗਿਆ ਕਿ ਜਲਸੇ ਨੇ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਵਿਰੁੱਧ ਪਾਸ ਕੀਤੇ ਇੱਕ ਮਤੇ ਰਾਹੀਂ ਉਹਨਾਂ ਨੂੰ ਅਸਿੱਖ ਕਹਿ ਕੇ ਪੰਥ ਵਿੱਚੋਂ ਖਾਰਜ ਕਰ ਦਿੱਤਾ ਹੈ। ਅਕਾਲ ਬੁੰਗੇ ਅੱਗੇ ਹੋਏ ਦੱਸੇ ਜਾਂਦੇ ਜਲਸੇ ਵਿੱਚ ਥੋੜੀ ਜਿਹੀ ਗਿਣਤੀ ਵਿੱਚ ਸਰਕਾਰ ਪੱਖੀ ਸਿੱਖੀ ਸ਼ਾਮਲ ਹੋਈ ਸੀ। ਇਸ ਕਰਕੇ ਇਸ ਵਿੱਚ ਪਾਸ ਕੀਤੇ ਮਤੇ ਨੂੰ ਥੋੜੇ ਜਿਹੇ ਸਿੱਖ ਭਗਤ ਬੰਦਿਆਂ ਵੱਲੋਂ ਆਪ ਮੁਹਾਰੇ ਢੰਗ ਨਾਲ ਜਾਰੀ ਕੀਤਾ ਗਿਆ ਫਤਵਾ ਕਿਹਾ ਜਾ ਸਕਦਾ ਹੈ।
ਤੇ ਇਹਨੂੰ ਬਿਨਾਂ ਵਜ੍ਹਾ ਹੀ ਗਦਰ ਲਹਿਰ ਦੇ ਨਾਲ ਜੋੜ ਦਿੱਤਾ ਸੀ। ਹਾਲਾਂਕਿ ਫਤਵੇ ਵਿੱਚ ਗਦਰ ਲਹਿਰ ਦਾ ਤਾਂ ਨਾਂ ਤੱਕ ਵੀ ਜ਼ਿਕਰ ਨਹੀਂ ਹੋਇਆ। ਜਦੋਂ ਇਹ ਗੱਲ ਦਾ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਦੀ ਬਹੁਤ ਕੜੀ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਸੀ ਤੇ ਲੋਕਾਂ ਵੱਲੋਂ ਥਾਂ-ਥਾਂ ਇਸ ਦੇ ਖਿਲਾਫ ਰੋਸ ਮੁਜ਼ਾਹਰੇ ਵੀ ਕੀਤੇ ਗਏ, ਜਲਸੇ ਵੀ ਕੱਢੇ ਗਏ ਤੇ ਬਾਅਦ ਵਿੱਚ ਅਰੂੜ ਸਿੰਘ ਤੇ ਸੁੰਦਰ ਸਿੰਘ ਮਜੀਠੀਆ ਨੂੰ ਹੱਥ ਜੋੜ ਕੇ ਮਾਫੀਆਂ ਮੰਗਣੀਆਂ ਪਈਆਂ ਸੀ। ਪਰ ਇਤਿਹਾਸਕਾਰਾਂ ਨੇ ਸਾਰੀ ਚੀਜ਼ ਨੂੰ ਨਜ਼ਰਅੰਦਾਜ਼ ਕੀਤਾ ਹੈ। ਇਹਨਾਂ ਨੇ ਸਿਰਫ ਉਹ ਫਤਵੇ ਨੂੰ ਵਧਾ ਚੜਾ ਕੇ ਕਿਤਾਬਾਂ ਵਿੱਚ ਦਿਖਾਇਆ ਕਿ ਸਾਰੇ ਦੇ ਸਾਰੇ ਗਦਰੀ ਲਹਿਰ ਨਾਲ ਜੁੜੇ ਹੋਏ ਬਾਬੇ ਅਸਿੱਖ ਸੀ, ਜਿਨ੍ਹਾਂ ਨੂੰ ਸ਼੍ਰੀ ਹਰਮੰਦਰ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਕਰਕੇ ਪੰਥ ਵਿੱਚੋਂ ਕੱਢ ਦਿੱਤਾ ਗਿਆ ਸੀ। ਤਾਂ ਇਹ ਘੋਰ ਬੇਇਨਸਾਫੀ ਕੀਤੀ ਗਈ ਇਹਨਾਂ ਗਦਰੀ ਬਾਬਿਆਂ ਦੇ ਨਾਲ। ਝੂਠਾ ਇਤਿਹਾਸ ਲਿਖਿਆ ਗਿਆ ਇਸ ਗਦਰ ਲਹਿਰ ਦਾ। ਕਿਸੇ ਅਲੱਗ ਦ੍ਰਿਸ਼ਟੀਕੋਣ ਤੋਂ ਇਹਨੂੰ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ। ਚਲੋ ਮੰਨ ਲੈਂਦੇ ਆ ਕਿ ਇਹ ਬਾਬਿਆਂ ਨੂੰ ਪੰਥ ਵਿੱਚੋਂ ਖਾਰਜ ਕੀਤਾ ਗਿਆ ਤੇ ਇਹ ਅਸਿੱਖ ਸੀ, ਤਾਂ ਇਤਿਹਾਸ ਦੇ ਵਿੱਚ ਕਿਸੇ ਥਾਂ ਤੇ ਇੱਕ ਵੀ ਐਗਜ਼ਾਮਪਲ ਨਹੀਂ ਮਿਲਦੀ ਜਿਸ ਦੇ ਵਿੱਚ ਇਹ ਦੱਸਿਆ ਗਿਆ ਹੋਵੇ ਕਿ ਜਦੋਂ ਵੀ ਸਿੱਖਾਂ ਨੂੰ ਲੋੜ ਪਈ, ਜਦੋਂ ਵੀ ਪੰਥ ਨੂੰ ਲੋੜ ਪਈ ਤਾਂ ਇਹ ਬਾਬੇ ਉਸ ਥਾਂ ਦੇ ਉੱਤੇ ਨਹੀਂ ਆਏ। ਇਹਨਾਂ ਨੇ ਉਸ ਚੀਜ਼ ਦੇ ਲਈ ਗਦਰ ਨਹੀਂ ਕੀਤਾ, ਇਹਨਾਂ ਨੇ ਉਸ ਚੀਜ਼ ਦੇ ਲਈ ਜਲਸੇ ਨਹੀਂ ਕੱਢੇ, ਜਾਂ ਇਹਨਾਂ ਨੇ ਉਸ ਚੀਜ਼ ਦੇ ਲਈ ਸਰਕਾਰ ਦਾ ਵਿਰੋਧ ਨਹੀਂ ਕੀਤਾ। ਤਾਂ ਫਿਰ ਇਹਨਾਂ ਨੂੰ ਅਸਿੱਖ ਕਹਿ ਕੇ ਪੰਥ ਦੇ ਵਿੱਚੋਂ ਖਾਰਜ ਕਰ ਦੇਣਾ ਬਹੁਤ ਵੱਡਾ ਗੁਨਾਹ ਹੈ। ਜੇ ਤੁਸੀਂ ਚੰਗੀ ਤਰ੍ਹਾਂ ਗਦਰ ਲਹਿਰ ਬਾਰੇ ਜਾਣਨਾ ਚਾਹੁੰਦੇ ਹੋ ਤੇ ਇਸ ਦੀ ਡੂੰਘਾਈ ਤੱਕ ਜਾਣਨਾ ਚਾਹੁੰਦੇ ਹੋ, ਉਹਨਾਂ ਗਦਰੀ ਬਾਬਿਆਂ ਦੀ ਸੋਚ ਤੱਕ ਜਾਣਨਾ ਚਾਹੁੰਦੇ ਹੋ, ਤਾਂ ਬਾਬਾ ਸੋਹਣ ਸਿੰਘ ਭਕਨਾ ਦੀ ਲਿਖੀ ਹੋਈ ਕਿਤਾਬ, ਜੋ ਕਿ ਉਹਨਾਂ ਨੇ ਜੇਲ੍ਹ ਦੇ ਵਿੱਚ ਲਿਖੀ ਸੀ ਤੇ ਸਰਕਾਰ ਦੇ ਵਿਰੁੱਧ ਹੋ ਕੇ ਲਿਖੀ ਸੀ, ਬਹੁਤ ਵੱਡਾ ਰਿਸਕ ਲੈ ਕੇ, ਕਿਉਂਕਿ ਉਹਨਾਂ ਨੂੰ ਅਲਾਉਡ ਨਹੀਂ ਸੀ ਲਿਖਣਾ। ਉਹਨਾਂ ਨੇ ਕਿਤਾਬ ਲਿਖੀ ਮੇਰੀ ਰਾਮ ਕਹਾਣੀ। ਉਹਨੂੰ ਬਹੁਤ ਡੂੰਘਾਈ ਨਾਲ ਦੇਖਣ ਦੀ ਅਤੇ ਪਰਖਣ ਦੀ ਜ਼ਰੂਰਤ ਹੈ। ਇਤਿਹਾਸਕਾਰਾਂ ਨੇ ਇਹਨਾਂ ਦੀਆਂ ਲਿਖਤਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਅਤੇ ਇਹਨਾਂ ਦੇ ਦ੍ਰਿਸ਼ਟੀਕੋਣ ਨੂੰ ਵੀ ਨਜ਼ਰਅੰਦਾਜ਼ ਕੀਤਾ। ਕੈਨੇਡਾ ਅਮਰੀਕਾ ਤੋਂ ਆਪਣਾ ਕੰਮ ਛੱਡ ਕੇ ਆਏ ਇਹਨਾਂ ਗਦਰੀ ਬਾਬਿਆਂ ਨੇ ਹਿੰਦੁਸਤਾਨ ਅਤੇ ਸਰਬੱਤ ਦੇ ਭਲੇ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਪਰ ਇਹਨਾਂ ਦਾ ਨਾਮ ਕਿਸੇ ਥਾਂ ਦੇ ਉੱਤੇ ਵੀ ਦਰਜ ਨਹੀਂ ਹੋਇਆ। ਕਿਉਂ ਕਰਤਾਰ ਸਿੰਘ ਸਰਾਭੇ ਵਰਗਿਆਂ ਨੂੰ ਪਿੱਛੇ ਰੱਖਿਆ ਗਿਆ? ਕਿਉਂ ਬਾਬਾ ਸੋਹਣ ਸਿੰਘ ਭਕਨਾ ਵਰਗਿਆਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਨਹੀਂ ਲਿਖਿਆ ਗਿਆ ਆਪਣੇ ਇਤਿਹਾਸ ਵਿੱਚ? ਸੱਚਾਈ ਤਾਂ ਇਹ ਹੈ ਕਿ ਸਾਰਿਆਂ ਤੋਂ ਜ਼ਿਆਦਾ ਹਿੰਦੁਸਤਾਨ ਦੀ ਲੜਾਈ ਵਾਸਤੇ ਸ਼ਹੀਦ ਹੋਏ ਉਹਨਾਂ ਵਿੱਚ ਸਭ ਤੋਂ ਵੱਧ ਗਦਰੀ ਲਹਿਰ ਦੇ ਨਾਲ ਜੁੜੇ ਹੋਏ ਲੋਕ ਸੀ। ਕਈ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਬਾਅਦ ਵਿੱਚ ਇਹਨਾਂ ਦੇ ਵਿੱਚ ਫੁੱਟ ਪੈ ਗਈ, ਮਤਭੇਦ ਪੈਦਾ ਹੋਣ ਕਰਕੇ ਬਹੁਤ ਸਾਰੇ ਗਦਰੀ ਬਾਬਿਆਂ ਨੇ ਕਮਿਊਨਿਸਟ ਪਾਰਟੀਆਂ ਵੱਲ ਆਪਣਾ ਰੁਖ ਕਰ ਲਿਆ ਸੀ ਤੇ ਉਹ ਕਮਿਊਨਿਸਟ ਪਾਰਟੀਆਂ ਦੇ ਨਾਲ ਰਲ ਗਏ ਸੀ, ਜੋ ਕਿ ਸਰਾਸਰ ਗਲਤ ਹੈ। ਹੋਇਆ ਇਸ ਤੋਂ ਉਲਟਾ ਸੀ। ਸਿਰਫ 2-4 ਬੰਦੇ ਹੀ ਗਦਰ ਲਹਿਰ ਵਾਲੇ ਕਮਿਊਨਿਸਟ ਪਾਰਟੀਆਂ ਦੇ ਨਾਲ ਰਲੇ ਸੀ, ਬਾਕੀ ਕਿਸੇ ਨੇ ਵੀ ਕਮਿਊਨਿਸਟ ਪਾਰਟੀਆਂ ਦਾ ਸਾਥ ਨਹੀਂ ਦਿੱਤਾ। ਕਈਆਂ ਨੇ ਇਹਨਾਂ ਨੂੰ ਮਾਰਕਸਵਾਦ ਦੇ ਨਾਲ ਜੋੜ ਕੇ ਦਿਖਾਇਆ ਹੈ। ਜ਼ਰੂਰ ਉਹ ਸਮਰਾਜਵਾਦ ਦੇ ਖਿਲਾਫ ਸੀ, ਮਾਰਕਸਵਾਦ ਦੇ ਹੱਕ ਵਿੱਚ ਸੀ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਸਿੱਖੀ ਸਿਧਾਂਤਾਂ ਨੂੰ ਨਹੀਂ ਮੰਨਿਆ। ਇਸ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਸਰਬੱਤ ਦੇ ਭਲੇ ਲਈ ਆਪਣੀਆਂ ਜਾਨਾਂ ਕੁਰਬਾਨ ਨਹੀਂ ਕੀਤੀਆਂ। ਨਿਰੋਲ ਉਹਨਾਂ ਨੂੰ ਮਾਰਕਸਵਾਦੀ ਕਹਿ ਦੇਣਾ, ਕਮਿਊਨਿਸਟ ਕਹਿ ਦੇਣਾ ਬਹੁਤ ਗਲਤ ਹੈ। ਉਹ ਮਾਰਕਸਵਾਦੀ ਜ਼ਰੂਰ ਸੀ, ਸਮਰਾਜਵਾਦ ਦੇ ਜ਼ਰੂਰ ਖਿਲਾਫ ਸੀ, ਪਰ ਉਹਨਾਂ ਨੇ ਸਿੱਖੀ ਨੂੰ ਨਾਲ ਲੈ ਕੇ ਮਾਰਕਸਵਾਦ ਨੂੰ ਚਲਾਇਆ। ਸ਼ੁਰੂ ਦੇ ਵਿੱਚ ਇਹਨਾਂ ਲੋਕਾਂ ਨੂੰ ਬਿਲਕੁਲ ਸਮਝ ਨਹੀਂ ਸੀ ਕਿ ਉਹ ਕੀ ਕਰਨ ਜਾ ਰਹੇ ਨੇ ਤੇ ਉਹ ਕਿੱਡੀ ਵੱਡੀ ਆਜ਼ਾਦੀ ਦੀ ਲੜਾਈ ਦੇ ਲਈ ਆਪਣਾ ਹਿੱਸਾ ਪਾਉਣ ਜਾ ਰਹੇ ਨੇ। ਪਰ ਹੌਲੀ-ਹੌਲੀ ਸਮੇਂ ਦੇ ਨਾਲ ਇਹਨਾਂ ਦਾ ਮੋਟਿਵ ਕਲੀਅਰ ਹੁੰਦਾ ਗਿਆ, ਇਹਨਾਂ ਦੀ ਸੋਚ ਵੱਡੀ ਹੁੰਦੀ ਗਈ, ਇਹਨਾਂ ਦਾ ਸੋਚ ਦਾ ਦਾਇਰਾ ਵੱਡਾ ਹੁੰਦਾ ਗਿਆ। ਤੇ ਜਦੋਂ ਕੋਈ ਲਹਿਰ ਉੱਠਦੀ ਹੈ ਤਾਂ ਉਹ ਆਪਣੇ ਮੂਲ ਸਿਧਾਂਤਾਂ ਦੇ ਵਿੱਚੋਂ ਦੀ ਨਿਕਲ ਕੇ ਜਾਂਦੀ ਹੈ। ਲੋਕ ਆਪ ਮੁਹਾਰੇ ਉਸ ਲਹਿਰ ਦੇ ਵਿੱਚ ਸ਼ਾਮਲ ਹੁੰਦੇ ਨੇ, ਜਿਵੇਂ ਕਿ ਗਦਰ ਲਹਿਰ ਦੇ ਵਿੱਚ ਹੋਏ ਸੀ। ਇੱਥੇ ਸਿਰਫ ਜਜ਼ਬਾ ਸੀ ਲੜਾਈ ਕਰਨ ਦਾ, ਨਕਸਲਵਾਦ ਦੇ ਖਿਲਾਫ, ਸਮਰਾਜਵਾਦ ਦੇ ਖਿਲਾਫ, ਅੰਗਰੇਜ਼ਾਂ ਦੇ ਖਿਲਾਫ, ਹਿੰਦੁਸਤਾਨੀਆਂ ਦੇ ਹੱਕ ਵਾਸਤੇ ਲੜਨ ਦਾ ਜਜ਼ਬਾ ਸੀ। ਇਹਨਾਂ ਨੇ ਬਹੁਤ ਜ਼ਿਆਦਾ ਬਰੀਕੀਆਂ ਨੂੰ ਨਹੀਂ ਦੇਖਿਆ, ਇਹਨਾਂ ਨੇ ਨਫੇ ਨੁਕਸਾਨ ਨੂੰ ਨਹੀਂ ਦੇਖਿਆ। ਜਦੋਂ ਕਿਸੇ ਚੀਜ਼ ਦੇ ਵਿੱਚ ਅੜ ਗਏ ਤਾਂ ਅੜ ਗਏ, ਚੱਲ ਪਏ ਤਾਂ ਚੱਲ ਪਏ, ਫੇਰ ਨਹੀਂ ਦੇਖਿਆ ਜਾਂਦਾ ਕਿ ਸਾਹਮਣੇ ਕੌਣ ਹੈ ਤੇ ਕੌਣ ਨਹੀਂ। ਇਹੀ ਕੀਤਾ ਸੀ ਗਦਰੀ ਬਾਬਿਆਂ ਨੇ ਵੀ। ਉਸ ਟਾਈਮ ਇਹਨਾਂ ਨੇ ਕੋਈ ਜ਼ਿਆਦਾ ਬੁੱਧੀਜੀਵੀਆਂ ਵਾਂਗੂ ਨਫੇ ਨੁਕਸਾਨ ਤੇ ਬਰੀਕੀਆਂ ਦੇ ਉੱਤੇ ਸੋਚ ਵਿਚਾਰ ਨਹੀਂ ਸੀ ਕੀਤਾ। ਇਹਨਾਂ ਨੇ ਬਸ ਰੁਖ ਕਰ ਲਿਆ ਸੀ ਹਿੰਦੁਸਤਾਨ ਵੱਲ ਨੂੰ। ਸ਼ਾਇਦ ਇਸੇ ਕਰਕੇ ਇਸ ਗਦਰ ਲਹਿਰ ਨੂੰ ਇੰਨਾ ਕੁਚਲਿਆ ਗਿਆ ਤੇ ਦਬਾ ਦਿੱਤਾ ਗਿਆ ਬਾਅਦ ਵਿੱਚ, ਕਿਉਂਕਿ ਇਹ ਜਜ਼ਬਾਤੀ ਲੋਕ ਸੀ। ਸ਼ਾਇਦ ਜੇ ਇਹ ਬਹੁਤ ਹੀ ਜ਼ਿਆਦਾ
ਤੇ ਸੋਚ ਵਿਚਾਰ ਕਰਕੇ ਇਸ ਲਹਿਰ ਨੂੰ ਚਲਾਉਂਦੇ ਤਾਂ ਅੱਜ ਇਤਿਹਾਸ ਕੁਝ ਹੋਰ ਹੋਣਾ ਸੀ। ਹੁਣ ਐਂਡ ਤੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਇੱਕ ਵਾਰੀ ਫੇਰ ਗਦਰ ਲਹਿਰ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਜ਼ਰੂਰਤ ਹੈ, ਤਾਂ ਕਿ ਆਪਾਂ ਸਹੀ ਇਤਿਹਾਸ ਆਪਣੇ ਬੱਚਿਆਂ ਦੇ ਸਾਹਮਣੇ ਵੀ ਲੈ ਕੇ ਆ ਸਕੀਏ ਤੇ ਉਹਨਾਂ ਨੂੰ ਜੋ ਕਿਤਾਬਾਂ ਵਿੱਚ ਤੇ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ ਉਸ ਤੋਂ ਅਲੱਗ ਇਤਿਹਾਸ ਦੱਸੀਏ ਜੋ ਬਿਲਕੁਲ ਸਹੀ ਤੇ ਸੱਚਾ ਹੈ।